ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਰਾਮਕਲੀ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 20 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 21ਵੀਂ ਔਰ ਆਖਰੀ ਪੌੜੀ ਹੈ। ਇਸ ਪਾਵਨ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 956 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਸਰਵਰ ਦਾ ਮਤਲਬ ਸਰੋਵਰ, ਤੁਰੇਹੀ ਦਾ ਮਤਲਬ ਸ਼ੁਰੂ ਤੋਂ, ਖਸਮੈ ਦਾ ਮਤਲਬ ਪ੍ਰਭੂ ਨੂੰ, ਐਵੇਂ ਪਾਣਾ ਦਾ ਮਤਲਬ ਐਵੇਂ ਪਾਉਂਦਾ ਹੈ, ਭਾਵ ਰੱਬ ਦੀ ਰਜ਼ਾ ਐਵੇਂ ਹੈ। ਸਰਵਰ ਹੰਸ ਤੁਰੇਹੀ ਮੇਲਾ, ਕਿ ਸਰੋਵਰ ਦਾ ਔਰ ਹੰਸ ਦਾ ਸ਼ੁਰੂ ਤੋਂ ਹੀ ਮਿਲਾਪ ਹੈ। ਖਸਮ ਨੂੰ ਐਵੇਂ ਹੀ ਪਾਉਂਦਾ ਹੈ, ਭਾਵ ਇਹ ਰੱਬ ਦੀ ਰਜ਼ਾ ਹੈ, ਇਹ ਪ੍ਰਭੂ ਦਾ ਬਣਾਇਆ ਇਹ ਸਿਸਟਮ ਹੈ। ਇੱਥੇ ਸਰਵਰ ਦਾ ਮਤਲਬ ਹੈ ਗੁਰੂ ਤੇ ਹੰਸ ਦਾ ਮਤਲਬ ਹੈ ਗੁਰਸਿੱਖ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ। ਜੋ ਗੁਰਮੁਖ ਨੇ ਉਹਨਾਂ ਦਾ ਗੁਰੂ ਦੇ ਨਾਲ ਜੋੜ ਸ਼ੁਰੂ ਤੋਂ ਹੀ ਹੈ। ਖਸਮੈ ਐਵੇਂ ਭਾਣਾ, ਇਹ ਪ੍ਰਭੂ ਦਾ ਭਾਣਾ ਹੈ, ਇਹ ਰੱਬ ਦੀ ਰਜ਼ਾ ਹੈ, ਇਹ ਸਿਸਟਮ ਹੈ ਕੁਦਰਤ ਦਾ ਕਿ ਗੁਰੂ ਔਰ ਸਿੱਖ ਦਾ ਹਮੇਸ਼ਾ ਹੀ ਮਿਲਾਪ ਰਿਹਾ ਹੈ। ਗੁਰੂ ਦਾ ਸਿੱਖ ਗੁਰੂ ਦੇ ਨਾਲ ਪਿਆਰ ਕਰਦਾ ਹੈ। ਜਿਵੇਂ ਹੰਸ ਸਰੋਵਰ ਵਿੱਚ ਰਹਿੰਦੇ ਨੇ, ਉਹ ਛਪੜੀਆਂ ਆਦਿਕ ਹੋਰ ਥਾਵਾਂ ਤੇ ਨਹੀਂ ਜਾਂਦੇ। ਇਸੇ ਤਰ੍ਹਾਂ ਜੋ ਗੁਰੂ ਦਾ ਪਿਆਰਾ ਸਿੱਖ ਹੈ, ਉਹਦਾ ਸੰਬੰਧ ਹਮੇਸ਼ਾ ਗੁਰੂ ਦੇ ਨਾਲ ਰਹਿੰਦਾ ਹੈ। ਉਹ ਗੁਰੂ ਦੀ ਪਾਵਨ ਬਾਣੀ, ਗੁਰੂ ਦੇ ਗਿਆਨ, ਗੁਰੂ ਦੇ ਆਚਰਨ ਆਦਰਸ਼ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦਾ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਸਰਵਰ ਅੰਦਰ ਦਾ ਮਤਲਬ ਗੁਰੂ ਦੇ ਵਿੱਚ, ਹੀਰਾ ਮੋਤੀ ਦਾ ਮਤਲਬ ਸ਼ੁਭ ਗੁਣਾ, ਸ਼ੁਭ ਗੁਣ, ਅਮੁੱਲਕ ਗੁਣ। ਸੋ ਹੰਸਾਂ ਕਾ ਖਾਣਾ ਦਾ ਮਤਲਬ ਉਹ ਗੁਰਸਿੱਖਾਂ ਦੀ, ਗੁਰਮੁਖਾਂ ਦੀ, ਜੋ ਸੱਚਿਆਰ ਪੁਰਸ਼ ਨੇ, ਉਹਨਾਂ ਦੀ ਖੁਰਾਕ ਹੈ। ਜੋ ਸੱਚੇ ਰਾਹਾਂ ਤੇ ਤੁਰਨ ਵਾਲੇ ਲੋਕ ਨੇ, ਉਹਨਾਂ ਦੀ ਖੁਰਾਕ ਹੈ ਸ਼ੁਭ ਗੁਣ, ਜਿਨ੍ਹਾਂ ਨੂੰ ਗੁਰੂ ਦੀ ਪਾਵਨ ਬਾਣੀ ਵਿੱਚ ਹੀਰਾ ਮੋਤੀ ਕਹਿ ਰਹੇ ਨੇ। ਔਰ ਜੋ ਹੀਰਾ ਮੋਤੀ ਰੱਬੀ ਜੋ ਸ਼ੁਭ ਗੁਣ ਨੇ, ਉਹ ਗੁਰੂ ਦੇ ਵਿੱਚ ਮੌਜੂਦ ਨੇ, ਗੁਰੂ ਦੇ ਕੋਲ ਮੌਜੂਦ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰਮੁਖਾਂ ਦੀ ਜੋ ਖੁਰਾਕ ਪ੍ਰਭੂ ਦੀ ਸਿਫਤ ਸਲਾਹ ਹੀਰੇ ਮੋਤੀ ਹੈ, ਉਹ ਗੁਰੂ ਰੂਪ ਸਰੋਵਰ ਵਿੱਚ ਮਿਲਦੇ ਨੇ। ਗੁਰੂ ਪਾਸੋਂ ਗੁਣਾ ਦੀ ਦਾਤ ਮਿਲਦੀ ਹੈ। ਬਗੁਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਇੱਥੇ ਅਤ ਸਿਆਣਾ ਦਾ ਮਤਲਬ ਹੈਗਾ ਅਤਿਅੰਤ ਚਤੁਰ। ਇੱਥੇ ਸਿਆਣੇ ਦਾ ਮਤਲਬ ਗਿਆਨਵਾਨ ਨਹੀਂ ਹੈ, ਇੱਥੇ ਸਿਆਣੇ ਦਾ ਮਤਲਬ ਹੈ ਚਤੁਰ। ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਏ, ਇੱਥੇ ਚਤੁਰਾਈਆਂ ਵਾਸਤੇ ਸ਼ਬਦ ਵਰਤਿਆ ਹੈ। ਜੇ ਹੋਵੇ ਦਾ ਮਤਲਬ ਜੋ ਹੁੰਦਾ ਹੈ, ਬਹੁਤ ਚਲਾਕ, ਚਤਰ। ਬਗੁਲਾ ਔਰ ਕਾਗ ਦਾ ਮਤਲਬ ਕਾਂ। ਜੋ ਬਗਲਾ ਔਰ ਕਾਂ ਹੈ, ਉਹ ਸਰੋਵਰ ਵਿੱਚ ਨਹੀਂ ਰਹਿੰਦਾ, ਬੇਸ਼ੱਕ ਉਹ ਬੜਾ ਚਲਾਕ ਹੁੰਦਾ ਹੈ, ਚਲਾਕੀਆਂ ਕਰਦਾ ਹੈ। ਤਾਂ ਇੱਥੇ ਬਗਲਾ ਔਰ ਕਾਂ ਦਾ ਮਤਲਬ ਜੋ ਕਾਂ ਔਰ ਬਗਲੇ ਵਾਲੀ ਬਿਰਤੀ ਵਾਲੇ ਮਨਮੁਖ ਲੋਕ ਨੇ, ਉਹ ਚਤਰ ਨੇ। ਤੇ ਚਤਰ ਦਾ ਮਤਲਬ ਹੁੰਦਾ ਹੈ ਜੋ ਅੰਦਰੋਂ ਹੋਰ ਹੈ ਤੇ ਬਾਹਰੋਂ ਹੋਰ ਹੈ। ਵਿਖਾਵਾ ਕਰਨਾ ਹੈ ਭਲੇ ਦਾ, ਲੇਕਿਨ ਕੰਮ ਬੁਰੇ ਕਰਨੇ ਨੇ। ਵਿਖਾਵਾ ਬਾਹਰੋਂ ਧਾਰਮਿਕ ਹੈ, ਪਹਿਨਾਵਾ ਧਾਰਮਿਕ ਹੈ, ਲੇਕਿਨ ਕਰਮ ਧਾਰਮਿਕ ਨਹੀਂ ਹਨ। ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣ ਨਾ, ਉਹਨਾਂ ਨੂੰ ਕਾਂ ਜਾਂ ਬਗਲਾ ਕਿਹਾ ਜਾਂਦਾ ਹੈ। ਕਾਂ ਉਹਨੂੰ ਕਹਿੰਦੇ ਨੇ ਜਿਹੜਾ ਬੜਾ ਚਤਰ ਹੋਵੇ, ਚਲਾਕੀਆਂ ਕਰੇ, ਤੇ ਬਗਲਾ ਵੀ ਉਹਨੂੰ ਕਹਿੰਦੇ ਨੇ ਜਿਹੜਾ ਵਿਖਾਵਾ ਕੁਝ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ ਹੋਵੇ। ਤਾਂ ਇੱਥੇ ਗੱਲ ਹੈ ਆਪ ਖੁਦਰੇ ਜੋ ਮਨੁੱਖ ਨੇ, ਬੇਸ਼ੱਕ ਉਹ ਬੜੇ ਚਤਰ ਸਿਆਣੇ ਬਣਨ, ਲੇਕਿਨ ਉਹ ਗੁਰੂ ਦੇ ਨਾਲ ਸੰਬੰਧ ਨਹੀਂ ਬਣਾਉਂਦੇ, ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ। ਕਿਉਂ ਨਹੀਂ ਆਉਂਦੇ? ਉਹਦਾ ਕਾਰਨ ਕੀ ਹੈ? ਉਹਨਾਂ ਰਿਜਕ ਨਾ ਪਇਓ ਉਥੈ, ਉਹਨਾਂ ਹੋਰੋ ਖਾਣਾ। ਉਹਨਾਂ ਦਾ ਮਤਲਬ ਜਿਹੜੇ ਕਾਂ ਬਗਲੇ ਨੇ, ਆਪ ਖੁਦਰੇ ਮਨੁੱਖ ਨੇ, ਮਨਮੁਖ ਨੇ। ਰਿਜਕ ਦਾ ਮਤਲਬ ਖੁਰਾਕ, ਪਇਓ ਉਥੇ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ, ਗੁਰੂ ਦੀ ਸੰਗਤ ਵਿੱਚ। ਉਹਨਾਂ ਹੋਰੋ ਖਾਣਾ ਦਾ ਮਤਲਬ ਉਹਨਾਂ ਦੀ ਖੁਰਾਕ ਹੋਰ ਹੁੰਦੀ ਹੈ, ਵੱਖਰੀ ਹੁੰਦੀ ਹੈ।
ਕਿਉਂਕਿ ਜੋ ਕਾਂ ਬਗਲੇ ਮਨਮੁਖ ਨੇ, ਆਪ ਹੁਦਰੇ ਮਨੁੱਖ ਨੇ, ਉਹਨਾਂ ਦੀ ਖੁਰਾਕ ਉੱਥੇ ਨਹੀਂ ਹੈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ। ਉਹਨਾਂ ਹੋਰੋਂ ਖਾਣਾ ਦਾ ਮਤਲਬ ਉਹਨਾਂ ਦੀ ਖੁਰਾਕ ਹੋਰ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਸੰਗਤ ਵਿੱਚ ਉਹ ਖੁਰਾਕ ਨਹੀਂ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਨਾ ਤਾਂ ਇੱਥੇ ਝੂਠ ਹੈ, ਨਾ ਫਰੇਬ ਹੈ, ਨਾ 2 ਨੰਬਰ ਦੇ ਧੰਦੇ ਨੇ, ਵਿਸ਼ੇ ਵਿਕਾਰ ਹੈ ਹੀ ਨਹੀਂ। ਗੁਰੂ ਦੇ ਕੋਲ ਤਾਂ ਸਿਰਫ ਔਰ ਸਿਰਫ ਸ਼ੁਭ ਗੁਣ ਨੇ। ਗੁਰੂ ਦੀ ਸੰਗਤ ਵਿੱਚ ਸਿਰਫ ਸ਼ੁਭ ਗੁਣਾਂ ਦੀ ਗੱਲਬਾਤ ਹੈ। ਇੱਥੇ ਉੱਚੇ ਸੁੱਚੇ ਆਚਰਨ ਦੀ ਗੱਲ ਹੈ। ਇੱਥੇ ਪਿਆਰ ਮੁਹੱਬਤ ਔਰ ਇਨਸਾਨੀਅਤ ਦੀ ਗੱਲ ਹੈ। ਇੱਥੇ ਉਹਨਾਂ ਨੂੰ ਹੀ ਥਾਂ ਮਿਲਦੀ ਹੈ ਜਿਨ੍ਹਾਂ ਦੇ ਬੋਲ ਵਿਹਾਰ ਬਚਨ ਬਿਲਾਸ ਸਾਰਾ ਕੁਝ ਉੱਤਮ ਦਰਜੇ ਦਾ ਹੈ। ਤਾਂ ਇੱਥੇ ਉਹਨਾਂ ਦੀ ਖੁਰਾਕ ਨਹੀਂ ਹੈ, ਉਹਨਾਂ ਨੂੰ ਇੱਥੇ ਚੀਜ਼ਾਂ ਮਿਲਦੀਆਂ ਨਹੀਂ, ਵਿਸ਼ੇ ਵਿਕਾਰ। ਇਸ ਲਈ ਜਿਹੜੇ ਮਨਮੁਖ ਨੇ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਨਹੀਂ ਆਉਂਦੇ। ਜਿਵੇਂ ਬਗਲਾ ਉੱਥੇ ਜਾਏਗਾ ਜਿੱਥੇ ਡੱਡੀਆਂ ਮੱਛੀਆਂ ਮਿਲਣਗੀਆਂ, ਕਾਂ ਉੱਥੇ ਜਾਏਗਾ ਜਿੱਥੇ ਉਹਨੂੰ ਗੰਦਮੰਦ ਖਾਣ ਨੂੰ ਮਿਲੇਗਾ। ਇਸੇ ਤਰ੍ਹਾਂ ਆਪ ਹੁਦਰੇ ਮਨੁੱਖ ਉਸ ਜਗ੍ਹਾ ਤੇ ਜਾਣਗੇ ਜਿੱਥੇ ਉਹਨਾਂ ਦੀ ਖੁਰਾਕ ਵਿਸ਼ੇ ਵਿਕਾਰ ਮਿਲੇਗੀ। ਸੱਚ ਕਮਾਣੈ ਸੱਚੋ ਪਾਈਐ, ਕੂੜੈ ਕੂੜਾ ਮਾਣਾ। ਸੱਚ ਕਮਾਣੇ ਦਾ ਮਤਲਬ ਜੇ ਸੱਚ ਦੀ ਕਮਾਈ ਕੀਤੀ ਜਾਏ, ਸੱਚ ਬੋਲਿਆ ਜਾਏ, ਸੱਚ ਸੁਣਿਆ ਜਾਏ, ਸੱਚ ਵੇਖਿਆ ਜਾਏ, ਸੱਚ ਦਾ ਸੰਗ੍ਰਹਿਣ ਕੀਤਾ ਜਾਏ। ਜੇ ਮਨ ਬਚਨ ਕਰਮ ਕਰਕੇ ਬੰਦਾ ਸੱਚਾ ਹੋਵੇ, ਸੱਚੋ ਪਾਈਐ, ਤਾਂ ਸੱਚਾ ਪ੍ਰਭੂ ਮਿਲਦਾ ਹੈ, ਤਾਂ ਸੱਚ ਮਿਲਦਾ ਹੈ। ਜੇ ਸੱਚ ਕਮਾਈਏ, ਸੱਚ ਦੀ ਕਮਾਈ ਕਰੀਏ, ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਵੀਏ, ਤਾਂ ਸੱਚ ਮਿਲਦਾ ਹੈ, ਰੱਬ ਮਿਲਦਾ ਹੈ, ਬੰਦਾ ਰੱਬ ਵਰਗਾ ਹੋ ਜਾਂਦਾ ਹੈ। ਕੂੜੈ ਕੂੜਾ ਮਾਣਾ। ਕੂੜਾ ਦਾ ਮਤਲਬ ਕੂੜ ਦੀ ਖੱਟੀ, ਮਾਣਾ ਦਾ ਮਤਲਬ ਮਾਣ। ਤਾਂ ਜਿਹੜੀ ਕੂੜ ਦੀ ਖੱਟੀ ਹੈ ਉਹਦਾ ਮਾਣ ਵੀ ਕੂੜਾ ਹੀ ਹੈ, ਉਹਦਾ ਮਾਣ ਵੀ ਝੂਠਾ ਹੈ। ਝੂਠ ਕਮਾਇਆ ਝੂਠ ਹੀ ਪੱਲੇ ਪੈਂਦਾ ਹੈ, ਕੂੜ ਕਮਾਇਆ ਕੂੜ ਹੀ ਪੱਲੇ ਪੈਂਦਾ ਹੈ, ਸੱਚ ਕਮਾਇਆ ਸੱਚ ਪੱਲੇ ਪੈਂਦਾ ਹੈ। ਤਾਂ ਇੱਥੇ ਗੁਰੂ ਦੇ ਜੋ ਦੱਸੇ ਰਾਹਾਂ ਤੇ ਤੁਰਨ ਵਾਲੇ ਸੱਚਿਆਰ ਪੁਰਸ਼ ਨੇ, ਉਹਨਾਂ ਦੀ ਗੱਲ ਹੋ ਰਹੀ ਹੈ ਕਿ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ, ਕਿਉਂਕਿ ਇੱਥੇ ਗੁਰਮੁਖਾਂ ਵਾਲੀ ਖੁਰਾਕ ਹੈ ਸਤ ਸੰਤੋਖ ਦਇਆ ਧਰਮ ਆਦਿਕ। ਜਿਹੜਾ ਵੀ ਇਨਸਾਨ ਉੱਚੇ ਸੁੱਚੇ ਜੀਵਨ ਵਾਲਾ ਬਣਨਾ ਚਾਹੁੰਦਾ ਹੈ, ਉਹਨੂੰ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਚਾਹੀਦੀ ਹੈ। ਇੱਥੇ ਆਤਮਿਕ ਭੋਜਨ ਹਰ ਵਕਤ ਮਿਲਦਾ ਹੈ। ਤੇ ਜਿਨਨੇ ਭਾਈ ਆਤਮਿਕ ਮੌਤੇ ਮਰਨਾ ਹੈ, ਉਹ ਵਿਸ਼ੇ ਵਿਕਾਰਾਂ ਦੀ ਸੰਗਤ ਦੇ ਵਿੱਚ ਪਿਆ ਹੋਇਆ ਆਤਮਿਕ ਮੌਤੇ ਮਰੀ ਜਾਂਦਾ ਹੈ। ਉਹ ਲੋਕ ਵਿਸ਼ੇ ਵਿਕਾਰਾਂ ਦੀ ਸੰਗਤ ਵਿੱਚ ਚਲੇ ਜਾਂਦੇ ਹਨ। ਨਾਨਕ ਤਿਨ ਕੋ ਸਤਿਗੁਰ ਮਿਲਿਆ, ਜਿਨ੍ਹਾਂ ਧੁਰੇ ਪਿਆ ਪਰਵਾਣਾ। ਪਰਵਾਣਾ ਦਾ ਮਤਲਬ ਪਰਵਾਨਾ, ਯਾਨੀ ਹੁਕਮ। ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜਿਨ੍ਹਾਂ ਨੂੰ ਧੁਰੋਂ ਹੀ ਪ੍ਰਭੂ ਦੀ ਆਗਿਆ ਮਿਲੀ ਹੈ, ਉਹਨਾਂ ਨੂੰ ਹੀ ਸਤਿਗੁਰ ਸਰੋਵਰ ਮਿਲਦਾ ਹੈ। ਧੁਰ ਤੋਂ ਹੀ ਜਿਨ੍ਹਾਂ ਨੂੰ ਆਗਿਆ ਮਿਲੀ ਹੈ ਪ੍ਰਭੂ ਦੀ, ਤਿੰਨ ਕੋ ਸਤਿਗੁਰ ਮਿਲਿਆ, ਜਿਨ੍ਹਾਂ ਧੁਰੇ ਪਿਆ ਪਰਵਾਣਾ, ਜਿਨ੍ਹਾਂ ਨੂੰ ਰੱਬੀ ਹੁਕਮ ਮਿਲਿਆ ਹੈ ਧੁਰ ਤੋਂ ਹੀ, ਉਹਨਾਂ ਨੂੰ ਸਤਿਗੁਰ ਦਾ ਮਿਲਾਪ ਹੋਇਆ ਹੈ। ਹੁਣ ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ ਕਿ ਜਿਨ੍ਹਾਂ ਨੂੰ ਰੱਬ ਦਾ ਹੁਕਮ ਮਿਲਿਆ ਹੈ ਉਹਨਾਂ ਨੂੰ ਸਤਿਗੁਰ ਮਿਲਦਾ ਹੈ। ਹੁਕਮ ਮਿਲਿਆ ਦਾ ਮਤਲਬ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ, ਰੱਬੀ ਹੁਕਮ ਦੇ ਅੰਦਰ ਹੀ ਗੁਰੂ ਦਾ ਮਿਲਾਪ ਹੈ। ਦੇਖੋ, ਗੁਰੂ ਦੇ ਮਿਲਾਪ ਵਾਸਤੇ ਸਾਨੂੰ ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ ਨਾ ਕਿ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਈਏ, ਗੁਰੂ ਅੱਗੇ ਬੇਨਤੀ ਕਰੀਏ ਕਿ ਪਾਤਸ਼ਾਹ ਸਾਨੂੰ ਉੱਤਮ ਵੇ ਆਫ ਲਾਈਫ ਬਖਸ਼ੋ, ਜੀਵਨ ਜੁਗਤ ਬਖਸ਼ੋ, ਉਪਦੇਸ਼ ਦਿਓ, ਗਿਆਨ ਦੀ ਦਾਤ ਦਿਓ। ਤਾਂ ਗੁਰੂ ਸਾਨੂੰ ਜੀਵਨ ਦਾ ਢੰਗ ਦੇਵੇਗਾ, ਗਿਆਨ ਦੀ ਦਾਤ ਦੇਗਾ, ਉਹਦੇ ਮੁਤਾਬਕ ਅਸੀਂ ਜ਼ਿੰਦਗੀ ਜੀਵਾਂਗੇ, ਸਾਡਾ ਗੁਰੂ ਦੇ ਨਾਲ ਮਿਲਾਪ ਬਣ ਜਾਏਗਾ। ਜੇ ਅਸੀਂ ਗੁਰਮਤ ਤੋਂ ਉਲਟ ਕੰਮ ਕਰਾਂਗੇ ਤਾਂ ਇਹ ਸਿਸਟਮ ਹੈ ਜਿਹੜਾ ਉਲਟ ਕੰਮ ਕਰੇਗਾ, ਉਹ ਗੁਰੂ ਤੋਂ ਦੂਰ ਚਲਾ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਭਾਈ, ਰੱਬੀ ਰਜ਼ਾ ਦੇ ਅੰਦਰ ਹੀ ਗੁਰੂ ਦਾ ਮਿਲਾਪ ਹੁੰਦਾ ਹੈ। ਮਹਿਲਾ ਪਹਿਲਾ, ਸਾਹਿਬ ਮੇਰਾ ਉਜਲਾ ਜੇ ਕੋ ਚਿੱਤ ਕਰੇ। ਉਜਲਾ ਦਾ ਮਤਲਬ ਪਵਿੱਤਰ, ਚਿੱਤ ਕਰੇ, ਚਿੱਤ ਕਰੇ ਦਾ ਮਤਲਬ ਜੇ ਕੋਈ ਚਿੱਤ ਦੇ ਵਿੱਚ ਵਸਾ ਲਵੇ, ਆਪਣੀ ਯਾਦ ਦੇ ਵਿੱਚ ਵਸਾ ਲੈ। ਉਜਲਾ ਦਾ ਮਤਲਬ ਪਵਿੱਤਰ। ਗੁਰੂ ਜੀ ਕਹਿੰਦੇ ਹਨ, ਮੇਰਾ ਮਾਲਕ ਜੋ ਹੈ, ਰੱਬ ਹੈ, ਉਹ ਪਵਿੱਤਰ ਹਸਤੀ ਹੈ, ਕਿਉਂਕਿ ਰੱਬ ਦੇ ਅੰਦਰ ਕੋਈ ਵਿਕਾਰ, ਪਾਪ, ਅਪਰਾਧ ਨਹੀਂ ਹੈ। ਉਹ ਇੱਕ ਨਿਰੋਲ ਸੱਚਾਈ ਹੈ। ਰੱਬੀ ਗੁਣ ਦੱਸੇ ਨਾ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਮੂਲ ਮੰਤਰ ਵਿੱਚ। ਤਾਂ ਮੇਰਾ ਮਾਲਕ ਪਵਿੱਤਰ ਹੈ,
ਉਜਲਾ ਹੈ, ਗਿਆਨ ਦਾ ਮੁਜੱਸਮਾ ਹੈ, ਪਵਿੱਤਰਤਾ ਦਾ ਸੋਮਾ ਹੈ। ਜੇ ਕੋ ਚਿੱਤ ਕਰੇ, ਜੇ ਉਸ ਪਵਿੱਤਰ ਨੂੰ ਕੋਈ ਆਪਣੇ ਚਿੱਤ ਵਿੱਚ ਵਸਾ ਲਵੇ ਤਾਂ ਉਸ ਮਨੁੱਖ ਦਾ ਹਿਰਦਾ ਵੀ ਪਵਿੱਤਰ ਹੋ ਜਾਂਦਾ ਹੈ, ਉਹਦੀ ਸੋਚ ਵੀ ਪਵਿੱਤਰ ਹੋ ਜਾਂਦੀ ਹੈ। ਹਿਰਦੇ ਦਾ ਮਤਲਬ ਸੋਚ। ਹੁਣ ਦੇਖੋ, ਸੋਚ ਹੈ, ਜੇ ਸਾਡੀ ਸੋਚ ਦੇ ਅੰਦਰ ਕਾਮ, ਕ੍ਰੋਧ, ਈਰਸ਼ਾ, ਦਵੇਸ਼, ਵੈਰ, ਵਿਰੋਧ ਹੈ ਤਾਂ ਸੋਚ ਮੈਲੀ ਹੋ ਗਈ, ਹਿਰਦਾ ਮੈਲਾ ਹੋ ਗਿਆ। ਤੇ ਜੇ ਕੋਈ ਸੋਚ ਦੇ ਅੰਦਰ ਸਤ, ਸੰਤੋਖ, ਦਇਆ, ਧਰਮ ਨੂੰ ਵਸਾ ਲਵੇ ਤਾਂ ਸੋਚ ਪਵਿੱਤਰ ਹੋ ਗਈ। ਇਸ ਲਈ ਜਿਹੜਾ ਵੀ ਇਨਸਾਨ ਚਾਹੁੰਦਾ ਹੈ ਸੋਚ ਨੂੰ ਪਵਿੱਤਰ ਕਰਨਾ, ਉਹਨੂੰ ਚਾਹੀਦਾ ਹੈ ਰੱਬੀ ਗੁਣਾਂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਵੇ ਤਾਂ ਉਹਦਾ ਹਿਰਦਾ ਪਵਿੱਤਰ ਹੋ ਜਾਏਗਾ। ਤਾਂ ਸਾਹਿਬ ਮੇਰਾ ਉਜਵਲ ਹੈ, ਜੇ ਕੋਈ ਆਪਣੇ ਚਿੱਤ ਵਿੱਚ ਵਸਾ ਲਵੇ ਤਾਂ ਉਸ ਦੀ ਚੇਤਨਤਾ, ਉਹਦੀ ਸੋਚ ਵੀ ਪਵਿੱਤਰ ਹੋ ਜਾਂਦੀ ਹੈ। ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਪ੍ਰਭੂ ਦੀ ਹੁਕਮ ਵਿੱਚ ਤੁਰਨਾ ਚਾਹੀਦਾ ਹੈ ਜੋ ਸਦਾ ਸਦਾ ਤੋਂ ਦੇਂਦਾ ਆ ਰਿਹਾ ਹੈ, ਦਾਤਾਂ ਦੇ ਰਿਹਾ ਹੈ। ਸੋਈ ਸੇਵੀਐ, ਸੇਵੀਐ ਦਾ ਮਤਲਬ ਹੁਕਮ ਵਿੱਚ ਤੁਰਨਾ, ਰੱਬ ਦੀ ਰਜ਼ਾ ਵਿੱਚ ਤੁਰਨਾ, ਪ੍ਰਭੂ ਦੀ ਰਜ਼ਾ ਦੇ ਅੰਦਰ ਤੁਰਨਾ ਚਾਹੀਦਾ ਹੈ, ਹੁਕਮ ਦੇ ਅੰਦਰ ਤੁਰਨਾ ਚਾਹੀਦਾ ਹੈ, ਜੋ ਸਦਾ ਸਦਾ ਤੋਂ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ ਔਰ ਦੇਂਦਾ ਰਹੇਗਾ। ਹੁਣ ਜਿੰਨੀਆਂ ਵੀ ਇਹ ਦਾਤਾਂ ਨੇ, ਇਹ ਸਭ ਰਜ਼ਾ ਔਰ ਹੁਕਮ ਵਿੱਚ, ਕੁਦਰਤੀ ਨੇਮਾਂ ਦੇ ਅੰਦਰ ਨੇ। ਪੂਰੀ ਦੀ ਪੂਰੀ ਜੋ ਸ੍ਰਿਸ਼ਟੀ ਹੈ ਉਹ ਕੁਦਰਤੀ ਨੇਮਾਂ ਦੇ ਅੰਦਰ ਪੈਦਾ ਹੋ ਰਹੀ ਹੈ, ਕੁਦਰਤੀ ਨੇਮਾਂ ਦੇ ਅੰਦਰ ਚੱਲ ਰਹੀ ਹੈ, ਕੁਦਰਤੀ ਨੇਮਾਂ ਵਿੱਚ ਵਿਨਾਸ਼ ਹੋ ਰਿਹਾ ਹੈ। ਨਿਕਾਸ, ਵਿਕਾਸ ਔਰ ਵਿਨਾਸ਼ ਸਭ ਹੁਕਮ ਦੇ ਅੰਦਰ, ਰਜ਼ਾ ਵਿੱਚ, ਨੇਮਾਂ ਦੇ ਅੰਦਰ, ਨਿਯਮਾਵਲੀ ਦੇ ਅੰਦਰ ਹੈ। ਤੇ ਜੇਕਰ ਉਸ ਰੱਬ ਦੀ ਰਜ਼ਾ ਵਿੱਚ ਤੁਰਿਆ ਜਾਏ, ਨਿਯਮਾਵਲੀ ਨੂੰ ਸਮਝਿਆ ਜਾਏ ਤਾਂ ਫਿਰ ਦਾਤਾਂ ਸਦਾ ਤੋਂ ਦੇ ਰਿਹਾ ਹੈ, ਮਿਲਦੀਆਂ ਰਹਿਣਗੀਆਂ, ਹੁਕਮ ਵਿੱਚ ਮਿਲ ਰਹੀਆਂ ਨੇ। ਕੋਈ ਵੀ ਚੀਜ਼ ਹੈ ਉਹ ਹੁਕਮ ਅੰਦਰ ਹੈ, ਰਜ਼ਾ ਵਿੱਚ ਹੈ, ਭਾਣੇ ਵਿੱਚ ਹੈ, ਸਿਸਟਮ ਵਿੱਚ ਹੈ। ਜੇ ਸਿਸਟਮ ਨੂੰ ਫੋਲੋ ਕਰੋਗੇ ਤਾਂ ਹਰ ਸ਼ੈ ਮਿਲੇਗੀ। ਮੰਨ ਲਓ ਜੇ ਕਣਕ ਬੀਜੀ ਹੈ ਤਾਂ ਕਣਕ ਮਿਲੇਗੀ, ਜੌਂ ਬੀਜੇ ਨੇ ਜੌਂ। ਲੇਕਿਨ ਬੀਜਣੀ ਕਣਕ, ਜੌਂ ਜੋ ਵੀ ਸਿਸਟਮ ਵਿੱਚ ਪਵੇਗੀ। ਜੇ ਕੋਈ ਝੋਨਾ ਲਾਉਣ ਦੇ ਸੀਜ਼ਨ ਵਿੱਚ ਪੈਲੀ ਨੂੰ ਪਾਣੀ ਨਾਲ ਭਰ ਕੇ ਕੱਦੂ ਕਰ ਲੈ, ਸੁਹਾਗਾ ਮਾਰ ਦੇਵੇ ਔਰ ਕਣਕ ਦਾ ਛੱਟਾ ਦੇ ਕੇ ਫਿਰ ਉੱਤੇ ਸੁਹਾਗਾ ਮਾਰ ਦੇ, ਤਾਂ ਕੀ ਕਣਕ ਹੋਏਗੀ? ਬਿਲਕੁਲ ਨਹੀਂ ਹੋਏਗੀ, ਕਿਉਂਕਿ ਸਿਸਟਮ ਨਹੀਂ ਹੈ ਨਾ, ਸਿਸਟਮ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ। ਸਿਸਟਮ ਨੂੰ ਫੋਲੋ ਕੀਤਿਆਂ ਹੀ ਕੋਈ ਵੀ ਦਾਤ ਮਿਲੇਗੀ। ਇਸੇ ਤਰ੍ਹਾਂ ਸੁੱਖ ਹੈ ਜਾਂ ਦੁੱਖ ਹੈ, ਉਹ ਸਿਸਟਮ ਨੂੰ ਫੋਲੋ ਕਰਨਾ ਪਵੇਗਾ। ਇਸ ਲਈ ਸੋਈ ਸੇਵੀਏ ਦਾ ਮਤਲਬ ਉਹਦੀ ਰਜ਼ਾ ਦੇ ਵਿੱਚ ਤੁਰੀਏ ਜੋ ਸਦਾ ਤੋਂ ਦਾਤਾਂ ਦੇ ਰਿਹਾ ਹੈ। ਨਾਨਕ ਸੋਈ ਸੇਵੀਐ ਜਿਤ ਸੇਵੈ ਦੁੱਖ ਜਾਏ। ਹੁਣ ਦੇਖੋ, ਸੇਵੀਏ ਔਰ ਸੇਵੈ, ਇਹਦੇ ਫਰਕ ਨੂੰ ਸਮਝਣ ਦੀ ਜ਼ਰੂਰਤ ਹੈ ਔਰ ਉਚਾਰਨ ਵੱਲ ਵੀ ਧਿਆਨ ਦੇਣਾ ਹੈ। ਨਾਨਕ ਸੋਈ ਸੇਵੀਐ, ਇੱਥੇ ਵਵੇ ਦੇ ਨਾਲ ਬਿਹਾਰੀ ਹੈ, ਇਹਨੂੰ ਪੜਨਾ ਹੈ ਸੇਵੀਐ। ਅੱਗੇ ਜਿਤ ਸੇਵੈ, ਇੱਥੇ ਵਵੇ ਨਾਲ ਸਿਹਾਰੀ ਹੈ, ਇਹਨੂੰ ਪੜਾਂਗੇ ਸੇਵੈ। ਸੇਵੀਏ ਦਾ ਮਤਲਬ ਹੈ ਕਿ ਆਓ ਮਿਲ ਕੇ ਕੰਮ ਕਰੀਏ, ਰਜ਼ਾ ਵਿੱਚ ਤੁਰੀਏ। ਤੇ ਸੇਵੈ ਦਾ ਮੀਨਿੰਗ ਹੈ ਰਜ਼ਾ ਵਿੱਚ ਤੁਰਨ ਨਾਲ, ਰਜ਼ਾ ਵਿੱਚ ਤੁਰਨ ਕਰਕੇ। ਹੇ ਨਾਨਕ, ਉਸ ਪ੍ਰਭੂ ਦੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ, ਜਿਸ ਦੀ ਰਜ਼ਾ ਵਿੱਚ ਤੁਰਿਆ ਦੁੱਖ ਜਾਏ ਦਾ ਮਤਲਬ ਦੁੱਖ ਖਤਮ ਹੋ ਜਾਂਦੇ ਨੇ। ਸੋਈ ਸੇਵੀਏ, ਉਹਦੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ, ਉਹਦੇ ਗੁਣਾਂ ਨੂੰ ਯਾਦ ਕਰਨਾ ਚਾਹੀਦਾ ਹੈ, ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ ਹੈ, ਸਿਫਤ ਸਲਾਹ ਕਰਨੀ ਚਾਹੀਦੀ ਹੈ। ਜਿਹਦੀ ਰਜ਼ਾ ਵਿੱਚ ਤੁਰਿਆ ਹਮੇਸ਼ਾ ਦੁੱਖ ਜਿਹੜਾ ਹੈ ਚਲਾ ਜਾਂਦਾ ਹੈ। ਤਾਂ ਜਿਹੜਾ ਜ਼ਿੰਦਗੀ ਦੇ ਅੰਦਰ ਦੁੱਖ ਹੈ ਨਾ, ਇਹ ਰਜ਼ਾ ਤੋਂ ਉਲਟ ਚੱਲਣ ਕਰਕੇ ਆਇਆ ਹੈ। ਤੇ ਜੇ ਰਜ਼ਾ ਦੇ ਅੰਦਰ ਚੱਲਾਂਗੇ ਤਾਂ ਇਹ ਦੁੱਖ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਲੇਕਿਨ ਕਿਸੇ ਵੀ ਦੁੱਖ ਤੋਂ ਛੁਟਕਾਰਾ ਪਾਉਣ ਵਾਸਤੇ ਸਿਸਟਮ ਨੂੰ ਫੋਲੋ ਕਰਨਾ ਪਵੇਗਾ, ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਉਸ ਪ੍ਰਭੂ ਦੀ ਰਜ਼ਾ ਦੇ ਅੰਦਰ ਤੁਰਨਾ ਚਾਹੀਦਾ ਹੈ, ਜਿਹਦੀ ਰਜ਼ਾ ਵਿੱਚ ਤੁਰਿਆ ਬੰਦੇ ਦੇ ਦੁੱਖ ਖਤਮ ਹੋ ਜਾਂਦੇ ਨੇ। ਅਵਗੁਣ ਵੰਜਨ ਗੁਣ ਰਵਹਿ ਮਨ ਸੁਖ ਵਸੈ ਆਏ। ਅਵਗੁਣ ਵੰਜਨ, ਇੱਥੇ ਜੱਜਾ ਨਹੀਂ ਬੋਲਣਾ, ਨੰਨਾ ਨੰਨਾ ਬੋਲਣਾ ਹੈ, ਕਿਉਂਕਿ ਨੰਨਾ ਔਰ ਨੰਨਾ
ਇਹ ਦੋ ਅੱਖਰ ਬੋਲਣ ਦੀ ਪ੍ਰੈਕਟਿਸ ਆਮ ਲੋਕਾਂ ਦੀ ਬਹੁਤ ਘੱਟ ਹੈ ਔਰ ਘਟਦੀ ਜਾ ਰਹੀ ਹੈ। ਅਵਗੁਣ ਵੰਜਨ ਗੁਣ ਰਵੇਂ ਮਨ ਸੁਖ ਵਸੈ ਆਏ। ਵੰਜਨ ਦਾ ਮਤਲਬ ਦੂਰ ਹੋ ਜਾਂਦੇ ਨੇ, ਪਰ ਰਵੇਂ ਦਾ ਮਤਲਬ ਆ ਵਸਦੇ ਨੇ। ਮਨ ਦਾ ਮਤਲਬ ਮਨ ਵਿੱਚ। ਜੇ ਰੱਬੀ ਰਜਾ ਦੇ ਅੰਦਰ ਤੁਰੀਏ, ਗੁਣਾਂ ਨੂੰ ਯਾਦ ਕਰੀਏ ਤਾਂ ਅਵਗੁਣ ਦੂਰ ਚਲੇ ਜਾਂਦੇ ਨੇ ਔਰ ਮਨ ਦੇ ਅੰਦਰ ਸੁਖ ਆਵਸਤਾ ਹੈ। ਜੇ ਰੱਬੀ ਰਜਾ ਵਿੱਚ ਤੁਰੀਏ ਨਾ ਸਹੀ ਢੰਗ ਦੇ ਨਾਲ, ਅਵਗੁਣ ਵੰਜਨ ਗੁਣ ਖਤਮ ਹੋ ਜਾਂਦੇ ਨੇ। ਗੁਣ ਰਵੇਂ, ਗੁਣ ਆਣ ਕੇ ਮਨ ਵਿੱਚ ਵਸ ਜਾਂਦੇ ਨੇ। ਤੇ ਜਿਹਦੇ ਮਨ ਵਿੱਚ ਗੁਣ ਆਣ ਕੇ ਵਸ ਜਾਣ, ਮਨ ਸੁਖ ਵਸੈ ਆਏ, ਉਹਦੇ ਮਨ ਦੇ ਅੰਦਰ ਸੁਖ ਆਵਸਤਾ ਹੈ। ਉਹ ਇਨਸਾਨ ਸੁਖੀ ਔਰ ਸ਼ਾਂਤ ਹੋ ਜਾਂਦਾ ਹੈ। ਹੁਣ ਇਸ ਚੀਜ਼ ਨੂੰ ਸਮਝਣ ਦੀ ਟਰਾਈ ਕਰਨੀ ਹੈ। ਜੇ ਸੋਚ ਦੇ ਅੰਦਰ ਨੈਗੇਟਿਵਿਟੀ ਹੈ, ਸੋਚ ਦੇ ਅੰਦਰ ਨਕਾਰਾਤਮਕਤਾ ਹੈ, ਸੋਚ ਅੰਦਰ ਅਵਗੁਣ ਨੇ, ਤਾਂ ਅੰਦਰ ਦੁਖੀ ਔਰ ਅਸ਼ਾਂਤ ਰਹੇਗਾ। ਪਰ ਜੇ ਮਨ ਅੰਦਰ, ਸੋਚ ਅੰਦਰ ਪੋजिटिविटी ਹੈ, ਸਕਾਰਾਤਮਕਤਾ ਹੈ, ਚੜ੍ਹਦੀ ਕਲਾ ਦੇ ਵਿਚਾਰ ਨੇ ਔਰ ਸ਼ੁਭ ਗੁਣ ਨੇ, ਤਾਂ ਮਨ ਸੁਖੀ ਔਰ ਸ਼ਾਂਤ ਰਹੇਗਾ। ਚੁਆਇਸ ਹੁਣ ਸਾਡੀ ਆਪਣੀ ਹੈ ਕਿ ਸਾਡੀ ਚੋਣ ਕੀ ਹੈ। ਬਦਕਿਸਮਤੀ ਹੈ ਕਿ ਬੰਦਾ ਅਵਗੁਣਾਂ ਦੀ ਚੋਣ ਕਰ ਲੈਂਦਾ ਹੈ, ਬੰਦਾ ਨੈਗੇਟਿਵਿਟੀ ਦੀ ਚੋਣ ਕਰ ਲੈਂਦਾ ਹੈ। ਨਾ ਚਾਹੁੰਦਿਆਂ ਹੋਇਆਂ ਵੀ ਇਸ ਦੇ ਅੰਦਰ ਨੈਗੇਟਿਵ ਵਿਚਾਰ ਆਈ ਜਾਂਦੇ ਨੇ, ਉਹਨਾਂ ਨੂੰ ਪ੍ਰਵਾਨ ਕਰੀ ਜਾਂਦਾ ਹੈ ਔਰ ਬੰਦਾ ਸ਼ਿਕਾਰ ਹੋ ਜਾਂਦਾ ਹੈ ਡਿਪਰੈਸ਼ਨ ਦਾ, ਚਿੰਤਾ ਦਾ, ਦੁੱਖਾਂ ਦਾ, ਜਾਂ ਮਤਲਬ ਇਨਫੀਰੀਓਰਿਟੀ ਕੰਪਲੈਕਸ ਦਾ। ਤਾਂ ਜ਼ਰੂਰਤ ਹੈ ਰਜਾ ਨੂੰ, ਸਿਸਟਮ ਨੂੰ ਸਮਝ ਕੇ ਗੁਣਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏ, ਹਮੇਸ਼ਾ ਪੋजिटिव ਸੋਚਿਆ ਜਾਏ, ਸਕਾਰਾਤਮਕ ਸੋਚਿਆ ਜਾਏ ਔਰ ਪੋजिटिव ਕੀਤਾ ਜਾਏ। ਇਸ ਤਰ੍ਹਾਂ ਮਨ ਜਿਹੜਾ ਹੈ ਸੁਖੀ ਔਰ ਸ਼ਾਂਤ ਹੋ ਜਾਂਦਾ ਹੈ। ਪੌੜੀ, ਆਪੇ ਆਪ ਵਰਤਦਾ ਆਪ ਤਾੜੀ ਲਾਈਆਂ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਜਿਨ੍ਹਾਂ ਦੇ ਮਨ ਅੰਦਰ ਰੱਬੀ ਗੁਣ ਆਵਸਤੇ ਨੇ, ਜਿਨ੍ਹਾਂ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ ਹੈ, ਜੋ ਗੁਰੂ ਸਰੋਵਰ ਦੇ ਅੰਦਰ ਤਾਰੀਆਂ ਲਾਉਂਦੇ ਨੇ, ਜੋ ਸਚਿਆਰ ਹੰਸ ਬਣ ਜਾਂਦੇ ਨੇ, ਉਹਨਾਂ ਨੂੰ ਫਿਰ ਸਮਝ ਆ ਜਾਂਦੀ ਹੈ ਕਿ ਆਪੇ ਆਪ ਵਰਤਦਾ, ਕਿ ਆਪ ਹੀ ਆਪ ਵਰਤ ਰਿਹਾ ਹੈ ਸਾਰੇ ਸੰਸਾਰ ਦੇ ਅੰਦਰ। ਜਿਹੜਾ ਵਰਤ ਰਿਹਾ ਦਾ ਮਤਲਬ ਦਿਸ ਰਿਹਾ ਹੈ, ਜੋ ਕੁਝ ਵੀ ਨਜ਼ਰੀ ਪੈ ਰਿਹਾ ਹੈ, ਇਹ ਰੱਬ ਹੀ ਰੱਬ ਹੈ, ਆਪ ਹੀ ਆਪ ਹੈ। ਆਪ ਤਾੜੀ ਲਾਈਆਂ, ਤਾੜੀ ਦਾ ਮਤਲਬ ਸਮਾਧੀ ਲਾਈ ਹੋਈ ਹੈ, ਤਾੜੀ ਲਾਈ ਹੋਈ ਹੈ। ਮਤਲਬ ਤਾੜੀ ਲਾਈਆਂ ਦਾ ਇੱਥੇ ਮੀਨਿੰਗ ਹੈਗਾ ਗੁਪਤ ਵਰਤਣਾ। ਆਪ ਹੀ ਗੁਪਤ ਹੈ, ਆਪੇ ਆਪ ਵਰਤਦਾ, ਆਪ ਹੀ ਪ੍ਰਗਟ ਹੈ, ਆਪ ਤਾੜੀ ਲਾਈਆਂ, ਆਪ ਹੀ ਗੁਪਤ ਹੈ। ਯਾਨੀ ਆ ਦਿਸਤਾ ਔਰ ਅਨੰਦਿਸਤਾ ਜਗਤ, ਇਹ ਸਾਰਾ ਰੱਬ ਦਾ ਰੂਪ ਹੈ, ਰੱਬ ਆਪ ਹੀ ਹੈ। ਕਾਸ਼ ਧਾਰਮਿਕ ਲੋਕਾਂ ਨੂੰ ਇਹ ਚੀਜ਼ ਦੀ ਸਮਝ ਆ ਜਾਏ ਔਰ ਇਸ ਚੀਜ਼ ਨੂੰ ਇੰਪਲੀਮੈਂਟ ਕਰ ਲੈਣ, ਤਾਂ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏ। ਲੇਕਿਨ ਕਿਉਂਕਿ ਪੁਰਾਤਨ ਟੈਬੂਜ ਇਜ਼ਮ ਔਰ ਟੋਟਮ ਇਜ਼ਮ ਤੋਂ ਚੱਲ ਰਹੇ ਵਿਚਾਰ, ਉਹਨਾਂ ਦੇ ਵਿੱਚ ਵਿਕਾਸ ਤਾਂ ਹੋਇਆ ਹੈ, ਇਹ ਨਹੀਂ ਕਿ ਵਿਕਾਸ ਨਹੀਂ ਹੋਇਆ, ਵਿਕਾਸ ਹੋਇਆ। ਪਹਿਲਾ ਟੋਟਮ ਇਜ਼ਮ, ਟੈਬੂਜ਼ ਇਜ਼ਮ, ਉਸ ਤੋਂ ਅੱਗੇ ਚਲਦਿਆਂ ਚਲਦਿਆਂ 33 ਕਰੋੜ ਦੇਵਤਿਆਂ ਦੀ ਵਿਚਾਰਧਾਰਾ, ਉਸ ਤੋਂ ਅੱਗੇ ਵਿਕਾਸ ਹੋਇਆ ਕਿ 33 ਕਰੋੜ ਨਹੀਂ, 3 ਨੇ ਮੇਨ, ਇੱਕ ਉਤਪਤੀ ਕਰਨ ਵਾਲਾ, ਇੱਕ ਪਾਲਣਾ ਕਰਨ ਵਾਲਾ, ਇੱਕ ਵਿਨਾਸ਼ ਕਰਨ ਵਾਲਾ। ਲੇਕਿਨ ਅੱਗੇ ਇਹ ਵਿਚਾਰਧਾਰਾ ਚੱਲੀ, ਵਿਸ਼ਵਾਸ ਅੱਗੇ ਬਣਿਆ, ਨਵਾਂ ਗਿਆਨ ਆਇਆ ਕਿ ਇੱਕ ਹੈ। ਵਿਕਾਸ ਹੋਇਆ ਕਿ 3 ਨਹੀਂ, ਇੱਕ ਹੀ ਪੈਦਾ ਕਰਨ ਵਾਲਾ ਹੈ, ਇੱਕ ਹੀ ਪਾਲਣਾ ਕਰਨ ਵਾਲਾ ਹੈ, ਇੱਕ ਹੀ ਸੰਚਾਲਨ ਕਰਨ ਵਾਲਾ ਹੈ। ਪਹਿਲਾਂ ਤਿੰਨਾਂ ਨੂੰ ਅਲੱਗ-ਅਲੱਗ ਮੰਨਿਆ ਜਾਂਦਾ ਸੀ, ਬ੍ਰਹਮਪੁਰੀ, ਵਿਸ਼ਨਪੁਰੀ ਆਦਿਕ। ਫਿਰ ਇੱਕ ਆ ਗਿਆ, ਲੇਕਿਨ ਇੱਕ ਨੂੰ ਵੱਖਰਾ ਮੰਨ ਲਿਆ ਕਿ ਉਹ ਕਿਤੇ ਸਵਰਗ ਵਿੱਚ ਬੈਠਾ ਹੈ, ਜੰਨਤ ਵਿੱਚ ਬੈਠਾ ਹੈ, ਜਾਂ ਬੈਕੁੰਠ ਵਿੱਚ ਹੈ, ਜਾਂ ਜਿਵੇਂ ਸਿੱਖ ਵੀਰ ਬਹੁਤੇ ਕਹਿੰਦੇ ਨੇ ਕਿ ਸੱਚਖੰਡ ਵਿੱਚ ਹੈ ਇੱਕ ਪਰ ਵੱਖਰਾ ਬੈਠਾ ਹੋਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਆਣ ਕੇ ਇਹ ਦੱਸ ਰਹੇ ਨੇ ਕਿ ਉਹ ਹੈ ਇੱਕ ਹੈ, ਪਰ ਵੱਖਰਾ ਨਹੀਂ ਬੈਠਾ ਹੋਇਆ। ਆ ਸਾਰਾ ਕੁਝ ਹੈ ਹੀ ਇੱਕ ਹੀ ਫੈਲਿਆ ਹੋਇਆ ਹੈ, ਵੱਖਰਾ ਨਹੀਂ ਬੈਠਾ ਕਿਤੇ, ਵੱਖਰਾ ਨਹੀਂ ਹੈ,
ਅਦਿਸਤਾ ਸਾਰਾ ਜਗਤ ਹੈ ਹੀ ਉਹ ਇੱਕ ਫੈਲਿਆ ਹੋਇਆ, ਇੱਕ ਓੰਕਾਰ ਦਾ ਮਤਲਬ ਇੱਕ ਹੀ ਫੈਲਿਆ ਹੋਇਆ ਹੈ, ਇੱਕ ਹੀ ਪਸਰਿਆ ਹੋਇਆ ਹੈ। ਦਿਸਤਾ ਔਰ ਅਣਦਿਸਤਾ ਇੱਕੋ ਹੀ ਹੈ। ਜੋ ਦਿਸ ਰਿਹਾ ਹੈ ਉਹ ਵੀ ਉਹੀ ਹੈ, ਤੇ ਜਿਹੜਾ ਅੰਦਰ ਗੁਪਤ ਵਰਤ ਰਿਹਾ ਹੈ ਉਹ ਵੀ ਉਹੀ ਹੈ। ਇਹ ਚੀਜ਼ ਨੂੰ ਥੋੜਾ ਜਿਹਾ ਸਮਝ ਲਈਏ। ਹੁਣ ਸਾਡੇ ਸਰੀਰ ਸਾਰਿਆਂ ਦੇ ਦਿਸ ਰਹੇ ਨੇ। ਇੱਕ ਤਾਂ ਇਹ ਹੈ ਕਿ ਸਾਡੀਆਂ ਅੱਖਾਂ, ਕੰਨ, ਨੱਕ, ਮੂੰਹ, ਮੱਥਾ ਸਾਰਾ ਕੁਝ ਦਿਸ ਰਿਹਾ ਹੈ, ਇਹ ਤਾਂ ਸਾਨੂੰ ਦਿਸਦਾ ਪਿਆ। ਲੇਕਿਨ ਇੱਕ ਅੰਦਰ ਨਿਯਮਾਵਲੀ ਵਰਤ ਰਹੀ ਹੈ, ਅੰਦਰ ਇੱਕ ਸਿਸਟਮ ਚੱਲ ਰਿਹਾ ਹੈ ਜੋ ਦਿਸ ਨਹੀਂ ਰਿਹਾ। ਰੋਟੀ ਅਸੀਂ ਖਾ ਰਹੇ ਹਾਂ, ਬੁਰਕੀ ਮੂੰਹ ਚ ਪੈਂਦੀ ਦਿਸ ਰਹੀ ਹੈ, ਅੰਦਰ ਜਾਂਦੀ ਦਿਸ ਰਹੀ ਹੈ, ਪਰ ਉਸ ਰੋਟੀ ਦੇ ਵਿੱਚੋਂ ਖੂਨ ਕਿਵੇਂ ਬਣਦਾ ਪਿਆ, ਜਿਹੜੇ ਵਿਟਾਮਿਨਸ ਦੀ ਲੋੜ ਹੈ ਸਰੀਰ ਉਹਨਾਂ ਨੂੰ ਕਿਵੇਂ ਲੈ ਰਿਹਾ ਹੈ, ਕੈਲਸ਼ੀਅਮ ਕਿਵੇਂ ਲੈ ਰਿਹਾ ਹੈ, ਲੋਹੇ ਨੂੰ ਕਿਵੇਂ ਲੈ ਰਿਹਾ ਹੈ, ਉਹ ਨਹੀਂ ਦਿਸਦਾ ਪਿਆ। ਉਹ ਸਿਸਟਮ ਗੁਪਤ। ਸਾਡੇ ਸਰੀਰ ਵਿੱਚ ਦੋ ਚੀਜ਼ਾਂ ਹੋ ਗਈਆਂ ਨਾ, ਇੱਕ ਤਾਂ ਚੀਜ਼ ਸਾਨੂੰ ਸਾਹਮਣੇ ਦਿਸ ਰਹੀ ਹੈ, ਇੱਕ ਅੰਦਰ ਗੁਪਤ ਵਰਤ ਰਿਹਾ ਸਾਰਾ। ਇਸ ਦੋ ਚੀਜ਼ਾਂ ਸਾਡੇ ਸਰੀਰ ਦੀਆਂ ਹੋ ਗਈਆਂ। ਤਾਂ ਐਵੇਂ ਇਹ ਜਿਹੜਾ ਸਾਰਾ ਸੰਸਾਰ ਦਿਸਦਾ ਔਰ ਜਿਹੜਾ ਅਣਦਿਸਦਾ ਹੈ, ਇਹ ਸਾਰੇ ਦਾ ਸਾਰਾ ਰੱਬ ਹੀ ਹੈ। ਜੇ ਹੁਣ ਮੈਂ ਆਪਣਾ ਮਿਸਾਲ ਲੈ ਕੇ ਗੱਲ ਕਰਾਂ, ਜਾਂ ਤੁਹਾਡਾ ਤਾਂ ਜਿਹੜਾ ਸਾਡਾ ਸਰੀਰ ਇਹ ਦਿਸ ਰਿਹਾ, ਇਹਦਾ ਨਾਮ ਮੋਹਰ ਸਿੰਘ ਹੈ, ਇਹ ਦਿਸ ਰਿਹਾ ਹੈ। ਲੇਕਿਨ ਜਿਹੜਾ ਅੰਦਰ ਸਿਸਟਮ ਚੱਲ ਰਿਹਾ ਹੈ, ਜੇ ਉਹਨੂੰ ਖਤਮ ਕਰ ਦਿੱਤਾ ਜਾਏ ਤੇ ਸਰੀਰ ਨਹੀਂ ਨਾ ਰਹਿਣਾ। ਤਾਂ ਜਿਹੜਾ ਅੰਦਰ ਗੁਪਤ ਸਿਸਟਮ ਚੱਲ ਰਿਹਾ ਹੈ, ਜਿਹੜਾ ਬਾਹਰ ਦਿਸ ਰਿਹਾ ਹੈ, ਇਹਨੂੰ ਸਾਰੇ ਨੂੰ ਮਿਲਾ ਕੇ ਮੋਹਰ ਸਿੰਘ। ਇਸੇ ਤਰ੍ਹਾਂ ਆ ਸਾਰਾ ਦਿਸਦਾ ਜਗਤ ਔਰ ਅਣਦਿਸਦਾ ਸਿਸਟਮ, ਇਹ ਸਾਰਾ ਮਿਲ ਕੇ ਰੱਬ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਆਪੇ ਆਪ ਵਰਤਦਾ ਆਪ ਤਾੜੀ ਲਾਈਆਂ। ਪ੍ਰਭੂ ਆਪ ਹੀ ਆਪ ਹਰ ਥਾਂ ਮੌਜੂਦ ਹੈ, ਆਪ ਹੀ ਤਾੜੀ ਲਾਈ ਹੋਈ ਹੈ, ਭਾਵ ਆਪ ਹੀ ਗੁਪਤ ਹੈ, ਅਣਦਿਸਤਾ ਵੀ ਉਹੀ ਹੈ। ਇਸ ਪੌੜੀ ਦਾ ਅੰਤਰੀਵ ਭਾਵ ਇਹ ਹੋਏਗਾ। ਆਪੇ ਹੀ ਉਪਦੇਸ਼ ਦਾ ਗੁਰਮੁਖ ਪਤਿਆਈਆਂ। ਪਤਿਆਈਆਂ ਦਾ ਮਤਲਬ ਗੁਰੂ ਦੁਆਰਾ ਤਸੱਲੀ ਦਿੰਦਾ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ। ਤਾਂ ਗੁਰੂ ਰੂਪ ਹੋ ਕੇ ਆਪ ਹੀ ਜੀਵਾਂ ਨੂੰ ਉਪਦੇਸ਼ ਦੇ ਰਿਹਾ ਹੈ, ਤੇ ਗੁਰੂ ਦੇ ਰਾਹੀਂ ਆਪ ਹੀ ਉਹਨੇ ਸ੍ਰਿਸ਼ਟੀ ਦੀ ਤਸੱਲੀ ਕਰਾਈ ਹੈ, ਪਤਿਆਇਆ ਹੈ, ਸ਼ਾਂਤੀ ਦਿੱਤੀ ਹੈ, ਗਿਆਨ ਦਿੱਤਾ ਹੈ। ਭਾਵ ਕਿ ਗੁਰੂ ਰੱਬ ਦਾ ਹੀ ਰੂਪ ਹੈ। ਗੁਰ ਪਰਮੇਸ਼ਰ ਏਕੋ ਜਾਨ, ਸਰਬ ਵਿਆਪਕ ਹੈ ਨਾ। ਤਾਂ ਸਿੱਖ ਦੇ ਵਿੱਚ ਵੀ ਉਹ ਹੈ ਔਰ ਗੁਰੂ ਦੇ ਵਿੱਚ ਵੀ ਉਹ ਹੈ, ਸਾਰਿਆਂ ਦੇ ਅੰਦਰ ਸਰਬ ਵਿਆਪਕ ਹੈ। ਤਾਂ ਇੱਥੇ ਪ੍ਰਭੂ ਦੀ ਸਰਬ ਵਿਆਪਕਤਾ ਦਰਸਾਈ ਜਾ ਰਹੀ ਹੈ। ਔਰ ਜਦੋਂ ਇਹ ਚੀਜ਼ ਸਮਝ ਆ ਜਾਂਦੀ ਹੈ, ਜਦੋਂ ਸਿੱਖ ਵੀ ਇਸ ਚੀਜ਼ ਨੂੰ ਸਮਝ ਲੈਂਦਾ ਹੈ, ਤਾਂ ਫਿਰ ਗੁਰੂ ਔਰ ਸਿੱਖ ਵੀ ਇੱਕ ਹੋ ਜਾਂਦੇ ਨੇ। ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਉਹ ਪਹਿਲਾਂ ਕਰਮਕਾਂਡੀ ਸਨ, ਪਰ ਫਿਰ ਗੁਰੂ ਦੇ ਗਿਆਨ ਨੂੰ ਉਹਨਾਂ ਨੇ ਸਮਝਿਆ, ਜੀਵਿਆ, ਅਪਣਾਇਆ, ਤਾਂ ਗੁਰੂ ਔਰ ਸਿੱਖ ਇੱਕ ਹੋ ਗਏ। ਭਾਈ ਲਹਿਣਾ ਜੀ ਭਾਈ ਲਹਿਣਾ ਨਾ ਰਹੇ, ਉਹ ਗੁਰੂ ਅੰਗਦ ਦੇਵ ਹੋ ਗਏ। ਨਾਮ ਗੁਰੂ ਅੰਗਦ ਹੈ, ਲੇਕਿਨ ਨਾਮ ਨਾਨਕ ਵਰਤ ਰਹੇ ਨੇ, ਕਿਉਂਕਿ ਸਰੀਰ ਕਰਕੇ ਵੱਖਰੇ ਨੇ, ਇਸ ਲਈ ਨਾਮ ਸਰੀਰ ਕਰਕੇ ਵੱਖਰਾ ਹੈ ਅੰਗਦ। ਲੇਕਿਨ ਜਦੋਂ ਗੁਰਬਾਣੀ ਉਚਾਰਦੇ ਨੇ, ਉੱਥੇ ਸ਼ਬਦ ਵਰਤਦੇ ਨੇ ਨਾਨਕ, ਕਿਉਂਕਿ ਵਿਚਾਰਧਾਰਾ ਇੱਕ ਹੈ। ਜੋਤ ਜੋਤ ਵਿੱਚ ਰਲ ਗਈ ਹੈ। ਜੋਤ ਦਾ ਮਤਲਬ ਸੋਚ ਇੱਕ ਹੋ ਗਈ ਹੈ। ਤਾਂ ਆਪ ਗੁਰੂ ਰੂਪ ਹੋ ਕੇ ਉਪਦੇਸ਼ਦਾ ਹੈ, ਤੇ ਆਪ ਹੀ ਸਾਰੇ ਸੰਸਾਰ ਦੀ ਤਸੱਲੀ ਕਰਾਉਂਦਾ ਹੈ। ਇੱਕ ਆਪੇ ਉਝੜ ਪਾਇਨ, ਇੱਕ ਭਗਤੀ ਲਾਇਨ। ਇੱਕ ਦਾ ਮਤਲਬ ਕਈ, ਇੱਕ ਦਾ ਮਤਲਬ ਕਈ। ਕਈ ਐਸੇ ਨੇ ਜਿਹੜੇ ਉਜੜ ਰਾਸਤੇ ਤੇ ਪਾਏ ਹੋਏ ਨੇ, ਕਈ ਐਸੇ ਨੇ ਜੋ ਭਗਤੀ ਵਿੱਚ ਲਾਏ ਹੋਏ ਨੇ। ਤਾਂ ਇਹ ਸਾਰੇ ਹੁਕਮ ਦੇ ਵਿੱਚ ਨੇ। ਜਿਹੜੇ ਰੱਬੀ ਗੁਣਾਂ ਨੂੰ ਫੋਲੋ ਕਰ ਰਹੇ ਨੇ, ਗੁਣਾਂ ਦੇ ਧਾਰਨੀ ਨੇ, ਕਿਉਂਕਿ ਉਹਨਾਂ ਨੇ ਗੁਣਾਂ ਵਾਲੇ ਸਿਸਟਮ ਨੂੰ ਫੋਲੋ ਕੀਤਾ ਹੈ। ਤਾਂ ਉਸ ਸਿਸਟਮ ਦੇ ਅੰਦਰ ਉਹਨਾਂ ਦੇ ਅੰਦਰ ਗੁਣ ਪੈਦਾ ਹੋ ਰਹੇ ਨੇ। ਲੇਕਿਨ ਦੂਜਿਆਂ ਨੇ ਉਸ ਸਿਸਟਮ ਨੂੰ ਔਗਣਾਂ ਵਾਸਤੇ ਫੋਲੋ ਕੀਤਾ ਹੈ, ਤਾਂ ਉਹਨਾਂ ਦੇ ਅੰਦਰ ਔਗਣ ਪੈਦਾ ਹੋ ਰਹੇ ਨੇ। ਉਹ ਚਾਹੁੰਦੇ ਕੀ ਨੇ? ਚੀਜ਼ ਨੂੰ ਆਪਾਂ ਨਿੱਕੀ ਜਿਹੀ ਮਿਸਾਲ ਦੇ ਨਾਲ ਸਮਝਣ ਦਾ ਯਤਨ ਕਰਦੇ ਹਾਂ। ਜਿਵੇਂ ਤੁਹਾਡੇ ਕੋਲ ਕੈਲਕੂਲੇਟਰ ਹੈ, ਤੇ ਕੈਲਕੂਲੇਟਰ ਵਾਲੇ ਬੰਦੇ ਤਿੰਨ ਸ਼ਬਦ ਨੂੰ ਵਰਤ ਰਹੇ ਨੇ, ਦੋ ਵਾਰੀ, ਤਿੰਨ। ਇੱਕ ਨੇ ਲਿਖਿਆ ਹੈ 3 into 3, ਤਾਂ ਉਹਦਾ ਉੱਤਰ ਕਿੰਨਾ ਆਏਗਾ? 9। ਦੂਜੇ ਨੇ ਲਿਖਿਆ 3 - 3, ਉਹਦਾ ਉੱਤਰ ਆਇਆ 0।
ਤੇ ਤੀਜੇ ਨੇ ਲਿਖਿਆ 3 ਤੇ ਭਾਗ ਦਾ ਨਿਸ਼ਾਨ ਦਬਾ ਦਿੱਤਾ, ਅੱਗੇ ਫਿਰ 3 ਤੇ ਉਹਦਾ ਉੱਤਰ ਆ ਗਿਆ 1। 3 ਵਿੱਚ 3 ਦਾ ਭਾਗ ਦੋ ਤੇ ਉੱਤਰ ਆਇਆ 1। ਜਾਂ 1 ਨੇ ਪਾਇਆ 3 + 3, ਉਹਦਾ ਉੱਤਰ ਆ ਗਿਆ 6। ਹੁਣ ਦੇਖੋ 3 3 2 ਵਾਰੀ ਦੱਬਿਆ ਜਾ ਰਿਹਾ, ਤੇ ਜੇ ਬੰਦਾ ਕਵੇ ਯਾਰ 3 3 2 ਵਾਰੀ ਦੱਬਿਆ, ਇੱਕ ਦਾ ਉੱਤਰ 9 ਆ ਰਿਹਾ ਹੈ, ਇੱਕ ਦਾ 0 ਆ ਰਿਹਾ ਹੈ, ਇੱਕ ਦਾ 1 ਆ ਰਿਹਾ ਹੈ, ਇੱਕ ਦਾ 6 ਆ ਰਿਹਾ ਹੈ, ਇਹ ਤਾਂ ਕੈਲਕੂਲੇਟਰ ਹੀ ਖਰਾਬ ਹੈ। ਕੈਲਕੂਲੇਟਰ ਖਰਾਬ ਨਹੀਂ ਹੈ, ਉਹ ਬਿਲਕੁਲ ਠੀਕ ਜਵਾਬ ਦੇ ਰਿਹਾ ਹੈ। ਜੈਸੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਉਹ ਜਵਾਬ ਦੇ ਰਿਹਾ ਹੈ। ਜੇ 3 × 3 ਕਰੋਗੇ ਤਾਂ ਉੱਤਰ 9 ਆਏਗਾ, ਕਿਉਂਕਿ ਅਸੀਂ ਇਨਫੋਰਮੇਸ਼ਨ ਗੁਣਾ ਦੀ ਦਿੱਤੀ ਹੈ। ਜੇ 3 ਭਾਗ 3 ਭਾਗ ਦੀ ਇਨਫੋਰਮੇਸ਼ਨ ਦੋਗੇ ਤਾਂ ਉੱਤਰ 1 ਆਏਗਾ, ਉਹ ਬਿਲਕੁਲ ਠੀਕ ਸਿਸਟਮ ਕਰ ਰਿਹਾ ਹੈ। ਜੇ 3 - 3 - 3 ਕਰੋਗੇ ਤਾਂ ਉੱਤਰ 0 ਆ ਜਾਏਗਾ। ਉਹਨੇ ਉੱਤਰ ਬਿਲकुल ठीक ਦਿੱਤਾ ਹੈ, ਕਿਉਂਕਿ ਉਹ ਇਨਫੋਰਮੇਸ਼ਨ ਜੋ ਦੇ ਰਹੇ ਹੋ, जैसी इनपुट दे रहे हो वैसी आउटपुट आ रही है। दिमाग बिल्कुल कंप्यूटर की तरह काम करता है, और कंप्यूटर मनुख के दिमाग तो ही बनया है। हुण जे साडी जिंदगी विच दुख आ रहा है ना, ਤਾਂ ਜਿਹੜਾ ਕੁਦਰਤ ਦਾ ਸਿਸਟਮ ਹੈ ਉਹਨੇ ਬਿਲਕੁਲ ਠੀਕ ਨਿਆਂ ਕੀਤਾ ਹੈ, ਬਿਲਕੁਲ ਠੀਕ, ਬਿਲਕੁਲ ਉੱਤਰ ਠੀਕ। ਸਾਡੇ ਜੀਵਨ ਦਾ ਰਿਜ਼ਲਟ ਬਿਲਕੁਲ ਠੀਕ ਆ ਰਿਹਾ ਹੈ। ਅਸੀਂ ਪਰੇਸ਼ਾਨ ਹਾਂ ਜਾਂ ਅਸੀਂ ਦੁਖੀ ਹਾਂ, ਤਾਂ ਸਿਸਟਮ ਨੇ ਬਿਲਕੁਲ ਠੀਕ ਨਿਆਂ ਕੀਤਾ ਹੈ, ਕਿਉਂਕਿ ਅਸੀਂ ਅੰਦਰ ਇਨਫੋਰਮੇਸ਼ਨ ਦੁੱਖਾਂ ਵਾਲੀ ਦਿੱਤੀ ਹੋਈ ਹੈ। ਉਹੋ ਜਿਹਾ ਰਿਜ਼ਲਟ ਆ ਰਿਹਾ। ਜੇ ਕੋਈ ਪਾਸ ਹੋ ਗਿਆ ਹੈ, खुश है, प्रसन्न है, ਤਾਂ ਸਿਸਟਮ ਨੇ ਬਿਲਕੁਲ ਠੀਕ ਉੱਤਰ ਦਿੱਤਾ ਹੈ, ਕਿਉਂਕਿ ਉਹਨੇ ਇਨਫੋਰਮੇਸ਼ਨ ਪੋਜ਼ਿਟਿਵ ਦਿੱਤੀ ਹੋਈ ਹੈ। ਦਿਮਾਗ ਬਿਲਕੁਲ ਠੀਕ ਕੰਮ ਕਰ ਰਿਹਾ ਹੈ, ਆ ਯੂਨੀਵਰਸ ਬਿਲਕੁਲ ਠੀਕ ਕੰਮ ਕਰ ਰਿਹਾ ਹੈ। ਰੱਬ ਦੇ ਸਿਸਟਮ ਦੇ ਅੰਦਰ ਬਿਲਕੁਲ ਕੋਈ ਉਕਾਈ ਨਹੀਂ ਹੈ। ਜੈਸੀ ਇਨਫੋਰਮੇਸ਼ਨ ਦਵਾਂਗੇ ਵੈਸੀ ਆਊਟਪੁੱਟ ਆਏਗੀ। ਇਹਨੂੰ ਕਹਿੰਦੇ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਅੰਦਰ ਠਾਕੁਰ ਬੈਠਾ ਹੈ। ਜੈਸੀ ਇਨਫੋਰਮੇਸ਼ਨ ਦੋਗੇ ਵੈਸੀ ਆਊਟਪੁੱਟ ਆਏਗੀ। ਜੈਸੀ ਇਨਪੁਟ ਵੈਸੀ ਆਊਟਪੁੱਟ। ਜਿਹਾ ਬੀਜੈ ਸੋ ਲੁਣੈ। ਤਾਂ ਹੁਣ ਇੱਥੇ ਸਮਝ ਆ ਗਈ ਨਾ ਕਿ ਕਈ ਉੱਜੜ ਵਿੱਚ ਪਏ ਹੋਏ ਨੇ ਤੇ ਕਈ ਭਗਤੀ ਵਿੱਚ ਲੱਗੇ ਹੋਏ ਨੇ। ਜਿਹੜੇ ਉੱਜੜ ਪੈ ਗਏ, ਰੱਬ ਨੇ ਉੱਜੜ ਪਾ ਦਿੱਤੇ, ਉਹਨਾਂ ਨੇ ਇਨਫੋਰਮੇਸ਼ਨ ਅੰਦਰ ਉੱਜੜ ਵਾਲੀ ਪਾਈ ਹੈ, ਉਹਨਾਂ ਦਾ ਰਿਜ਼ਲਟ ਉਹ ਆ ਗਿਆ। ਇੱਕ ਨੇ ਗੁਣਾ ਵਾਲੀ ਇਨਫੋਰਮੇਸ਼ਨ ਦਿੱਤੀ ਹੈ, ਉਹਨਾਂ ਦਾ ਰਿਜ਼ਲਟ ਉਹ ਆ ਗਿਆ। ਅੰਦਰ ਬੈਠਾ ਰੱਬ। ਇਨਫੋਰਮੇਸ਼ਨ ਕੀ ਦੇ ਰਹੇ ਹੋ, ਮੰਗ ਕੀ ਰਹੇ ਹੋ। ਖਰਬੂਜੇ ਦੇ ਬੀਜ ਬੀਜੋਗੇ, ਖਰਬੂਜੇ ਦੀਆਂ ਵੱਲਾਂ ਉਗਣਗੀਆਂ। ਤੁਮੇ ਦੇ ਬੀਜ ਬੀਜੋਗੇ, ਤੁਮੇ ਦੀਆਂ ਪੈਲੀ ਨੇ ਤਾਂ ਫਸਲ ਦੇਣੀ ਹੈ। ਜੈਸੇ ਬੀਜ ਬੀਜੋਗੇ, ਜੈਸੀ ਇਨਫੋਰਮੇਸ਼ਨ ਦੋਗੇ, ਇਨਪੁਟ ਦੋਗੇ, ਆਊਟਪੁੱਟ ਆ ਜਾਏਗੀ। ਤਾਂ ਰੱਬੀ ਰਜ਼ਾ ਦੇ ਅੰਦਰ ਹੀ ਕੋਈ ਭੁੱਲਿਆ ਹੋਇਆ ਹੈ ਔਰ ਕੋਈ ਰੱਬੀ ਗੁਣਾ ਦੇ ਵਿੱਚ ਜੁੜਿਆ ਹੋਇਆ ਹੈ। ਡਿਪੈਂਡ ਸਾਡੇ ਤੇ ਕਰੇਗਾ ਕਿ ਕੈਸੀ ਇਨਫੋਰਮੇਸ਼ਨ ਅੰਦਰ ਦੇ ਰਹੇ ਹਾਂ। ਜਿਸ ਆਪ ਬੁਝਾਏ ਸੋ ਬੁਝਸੀ ਆਪੇ ਨਾਏ ਲਾਇਨ। ਨਾਏ ਦਾ ਮਤਲਬ ਨਾਮ ਵਿੱਚ, ਹੁਕਮ ਵਿੱਚ। ਲਾਇਨ ਦਾ ਮਤਲਬ ਲਾਈ ਹੈ। ਆਪ ਹੀ ਜਿਸ ਨੂੰ ਸਮਝ ਬਖਸ਼ਦਾ ਹੈ ਉਸ ਨੂੰ ਸਹੀ ਰਸਤੇ ਤੇ ਪਾਉਂਦਾ ਹੈ, ਉਹ ਸਹੀ ਰਸਤੇ ਨੂੰ ਸਮਝ ਲੈਂਦਾ ਹੈ। ਜਿਸ ਜੀਵ ਨੂੰ ਸਮਝ ਦਿੰਦਾ ਹੈ ਉਹ ਸਹੀ ਰਸਤੇ ਨੂੰ ਸਮਝ ਲੈਂਦਾ ਹੈ, ਤੇ ਉਸਨੇ ਆਪ ਹੀ ਉਹਨੂੰ ਆਪਣੇ ਹੁਕਮ ਦੇ ਅੰਦਰ ਲਾ ਲਿਆ ਹੈ, ਹੁਕਮ ਦੇ ਅੰਦਰ ਤੋਰ ਲਿਆ ਹੈ। ਤਾਂ ਹੁਣ ਇੱਥੇ ਵੀ ਉਹੀ ਚੀਜ਼ ਹੈ ਸਿਸਟਮ ਵਾਲੀ। ਉਹ ਹੀ ਬੁੱਝੇਗਾ ਜੋ ਬੁੱਝਣ ਦਾ ਯਤਨ ਕਰੇਗਾ, ਜੋ ਜਾਣਨ ਵਾਸਤੇ ਇਨਫੋਰਮੇਸ਼ਨ ਦੇਵੇਗਾ ਉਹ ਜਾਣ ਲਵੇਗਾ। ਤੇ ਜਿਹੜਾ ਇਨਫੋਰਮੇਸ਼ਨ ਜਾਣਨ ਵਾਲੀ ਨਹੀਂ ਦੇਵੇਗਾ, ਜੋ ਕਿਸੇ ਨੇ ਕਹਿ ਦਿੱਤਾ ਉਹਨੇ ਮੰਨ ਲਿਆ, ਤੇ ਉਹਦਾ ਰਿਜ਼ਲਟ ਉਹ ਨਿਕਲ ਆਏਗਾ। ਜਿਵੇਂ ਹਜ਼ਾਰਾਂ ਸਾਲਾਂ ਤੋਂ ਸੇਬ ਡਿੱਗ ਰਹੇ ਸੀ ਥੱਲੇ, ਲੋਕ ਚੁੱਕ ਕੇ ਖਾ ਜਾਂਦੇ ਸੀ। ਨਿਊਟਨ ਨੇ ਪਹਿਲੀ ਵਾਰ ਵੇਖਿਆ ਕਿ ਸੇਬ ਥੱਲੇ ਡਿੱਗਿਆ ਹੈ, ਵੈਸੇ ਤੇ ਹਜ਼ਾਰਾਂ ਸਾਲਾਂ ਤੋਂ ਡਿੱਗ ਰਿਹਾ ਸੀ। ਉਹਨੇ ਆਪਣੇ ਅੰਦਰ ਇਨਫੋਰਮੇਸ਼ਨ ਦਿੱਤੀ ਕਿ ਇਹ ਸੇਬ ਥੱਲੇ ਕਿਉਂ ਡਿੱਗਿਆ ਹੈ। ਉਹਨੇ ਜਦੋਂ ਇਨਫੋਰਮੇਸ਼ਨ ਦਿੱਤੀ ਤੇ ਆਊਟਪੁੱਟ ਆਈ ਕਿ ਇੱਥੇ ਗ੍ਰੇਵਿਟੀ ਫੋਰਸ ਹੈ। ਖੋਜ ਕੀਤੀ ਨਾ, ਉਹਨੇ ਬੁੱਝ ਲਿਆ, ਉਹਨੇ ਜਾਣ ਲਿਆ। ਤੇ ਜੇ ਕੋਈ ਜਾਣਨ ਦਾ ਯਤਨ ਹੀ ਨਾ ਕਰੇ, ਤੇ ਜੋ ਕਿਸੇ ਬਾਬੇ ਨੇ ਕਹਿ ਦਿੱਤਾ ਵੀ ਸੇਬਾਂ ਨਾਲ ਅਨਾਣੇ ਹੋ ਜਾਂਦੇ, ਬਸ ਉਹਨੇ ਮੰਨ ਲਿਆ, ਜਾਣਨ ਦਾ ਯਤਨ ਨਹੀਂ ਕੀਤਾ। ਜਿਹੜਾ ਜਾਣਨ ਦਾ ਯਤਨ ਕਰੇਗਾ ਉਹਨੂੰ ਸੂਝ ਮਿਲੇਗੀ, ਉਹਨੂੰ ਸਮਝ ਮਿਲੇਗੀ, ਉਹ ਬੁੱਝੇਗਾ, ਉਹ ਰੱਬੀ ਹੁਕਮ ਦੇ ਅੰਦਰ ਫਿਰ ਤੁਰੇਗਾ।
ਇਸ ਲਈ ਜ਼ਰੂਰਤ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਸਮਝਣ ਦਾ ਯਤਨ ਕਰੀਏ, ਯੂਨੀਵਰਸਲ ਟਰੂਥ ਨੂੰ ਬੇਸ ਬਣਾ ਕੇ ਪਰਖਣ ਦਾ ਯਤਨ ਕਰੀਏ, ਹਰ ਚੀਜ਼ ਬਾਰੇ ਕੁਝ ਸੋਚਣ ਦਾ ਯਤਨ ਕਰੀਏ। ਗੁਰਬਾਣੀ ਅਨੁਸਾਰ ਜਿਹੜੀ ਚੀਜ਼ ਗੁਰਬਾਣੀ ਦੇ ਉੱਤੇ ਪੂਰੀ ਉਤਰਦੀ ਹੈ ਉਹਨੂੰ ਅਸੀਂ ਸੱਚ ਮੰਨੀਏ। ਨਾਨਕ ਨਾਮ ਧਿਆਈਐ ਸੱਚੀ ਵਡਿਆਈ। ਨਾਮ ਦਾ ਮਤਲਬ ਰੱਬੀ ਹੁਕਮ, ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਰੱਬੀ ਹੁਕਮ ਵਿੱਚ ਤੁਰਨਾ ਚਾਹੀਦਾ ਹੈ। ਸੱਚੀ ਵਡਿਆਈ ਦਾ ਮਤਲਬ ਫਿਰ ਸਦਾ ਕਾਇਮ ਰਹਿਣ ਵਾਲੀ ਵਡਿਆਈ ਮਿਲੇਗੀ। ਜਿਹੜੀ ਵੀ ਵਡਿਆਈ ਮਿਲੇਗੀ, ਕਾਮਯਾਬੀ ਮਿਲੇਗੀ, ਉਹ ਨਾਮ ਰਾਹੀਂ ਮਿਲੇਗੀ, ਮਤਲਬ ਰੱਬੀ ਹੁਕਮ ਵਿੱਚ ਤੁਰ ਕੇ ਮਿਲੇਗੀ, ਹੁਕਮ ਤੋਂ ਬਾਹਰ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਵੱਡੀ ਵਡਿਆਈ ਦਾ ਇੱਕ ਸਾਧਨ ਹੈ। ਇਸ ਲਈ ਪ੍ਰਭੂ ਦੇ ਹੁਕਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਸਦਾ ਕਾਇਮ ਰਹਿਣ ਵਾਲੀ ਵਡਿਆਈ ਹੈ। ਜੋ ਰੱਬੀ ਰਜ਼ਾ ਭਾਣੇ ਵਿੱਚ ਤੁਰਦਾ ਹੈ ਉਹਨੂੰ ਸਦਾ ਕਾਇਮ ਰਹਿਣ ਵਾਲੀ ਵਡਿਆਈ, ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਪੈਦਾ ਹੋਵੇ ਤਾਂ ਰੱਬ ਦੀ ਇਸ ਰਜ਼ਾ ਨੂੰ ਸਮਝਣ ਦੀ ਲੋੜ ਹੈ। ਰੱਬ ਦੀ ਰਜ਼ਾ ਦਾ, ਭਾਣੇ ਦਾ, ਸੰਸਾਰ ਦਾ, ਗੁਣਾਂ ਦਾ ਅੰਤ ਕਦੇ ਵੀ ਨਹੀਂ ਪਾਇਆ ਜਾ ਸਕਦਾ, ਲੇਕਿਨ ਉਸ ਰਜ਼ਾ ਨੂੰ ਸਮਝ ਕੇ ਰਜ਼ਾ ਮੁਤਾਬਕ ਜ਼ਿੰਦਗੀ ਜੀ ਕੇ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਪੈਦਾ ਕੀਤੀ ਜਾ ਸਕਦੀ ਹੈ। ਆਨੰਦ, ਸੁੱਖ ਪਾਏ ਜਾ ਸਕਦੇ ਨੇ। ਜ਼ਰੂਰਤ ਹੈ ਉਸ ਰੱਬੀ ਰਜ਼ਾ ਨੂੰ ਸਮਝਣ ਦੀ ਔਰ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣ ਦੀ, ਜਿਸ ਦੀ ਸਮਝ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹ ਕੇ ਵਿਚਾਰ ਕੇ ਆਏਗੀ। ਇਸ ਲਈ ਆਪ ਗੁਰੂ ਜੀ ਦੀ ਪਾਵਨ ਬਾਣੀ ਪੜ੍ਹੋ, ਆਪ ਵਿਚਾਰੋ ਔਰ ਗੁਰਬਾਣੀ ਨੂੰ ਇੰਪਲੀਮੈਂਟ ਕਰੋ, ਜਿਸ ਕਰਕੇ ਜ਼ਿੰਦਗੀ ਦੇ ਅੰਦਰ ਵਿਗਾਸਤਾ ਔਰ ਖੁਸ਼ੀ ਅਤੇ ਖੇੜਾ ਮਿਲ ਸਕੇ। ਤਾਂ ਅੱਜ ਜੋ ਇਹ ਵਾਰ ਹੈ ਇਹਦੀ ਅੱਜ ਇੱਥੇ ਸਮਾਪਤੀ ਹੈ। 21ਵੀਂ ਪੌੜੀ ਸੀ ਤੇ 21ਵੀਂ ਪੌੜੀ ਦੇ ਨਾਲ ਅੱਜ ਦੀ ਵਾਰ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ ਜੀ। ਇਸ ਅੱਜ ਦੀ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਆਪ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਵਿਚਾਰ ਦੇਣਾ ਹੈ ਤਾਂ ਉਹ ਵਿਚਾਰ ਦੇ ਸਕਦੇ ਹੋ। ਸਾਡੇ ਕੋਲ ਕਾਫੀ ਟਾਈਮ ਹਾਲੇ ਹੈਗਾ ਹੈ। ਇਸ ਵਾਰ ਦੇ ਵਿੱਚੋਂ ਆਪ ਨੇ ਕੀ ਨਵਾਂ ਸਿੱਖਿਆ, ਕਿਉਂਕਿ ਜਦੋਂ ਵੀ ਅਸੀਂ ਕਿਸੇ ਵਾਰ ਦੀ ਸਮਾਪਤੀ ਕਰਦੇ ਹਾਂ ਤਾਂ ਵਿਚਾਰ ਜ਼ਰੂਰ ਕਰਦੇ ਹਾਂ। ਇਸ ਵਾਰ ਦੇ ਵਿੱਚੋਂ ਆਪ ਨੂੰ ਕੀ ਨਵਾਂ ਸਿੱਖਣ ਨੂੰ ਮਿਲਿਆ? ਜੇ ਕਿਸੇ ਵੀਰ ਭੈਣ ਨੇ ਵਿਚਾਰ ਦੇਣੇ ਨੇ ਤਾਂ ਆਪਣੇ ਸਾਰੇ ਵੀਰ ਭੈਣਾਂ ਵਿਚਾਰ ਦੇਣ ਦੀ ਜ਼ਰੂਰ ਖੇਚਲ ਕਰੋ। ਹੋਈਆਂ ਭੁੱਲਾਂ ਦੀ ਖਿਮਾ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।